परम सत्कारयोग गुरमत दी क्लास विच जुड़ बैठे गुरु रूप गुरु प्यारे खालसा जीओ। रोजाना की तरह जो गुरमत की क्लास आप जुड़ बैठते हो, सो अज असी जो धन श्री गुरु ग्रंथ साहिब जी के पावन अंग 135 उपर जो पावन बचन है माग मजन संग साधुआ, यदि विचार करनी है। सो बड़े अदब सत्कार दे नाल सारी संगत चढ़दी कला विच गुरफतेह नाल सांझ बनाओ। गज के आखो वाहिगुरु जी का खालसा वाहिगुरु जी की फतेह। सतगुरु जी जिस तरह पिछले महीनों के अंदर बख्शिश करते हैं कि हर महीने की जिस तरह रुत बदलती है, इसे तरह ही हर महीने जिहड़ा वा रुत बदलने नाल वनस्पति जिहड़ी आ वो मुरझाउंदी है, फुलदी है। ते इसे तरह ही इस महीने अंदर भी सतगुरु जी बख्शिश करते ने कि माग मजन संग साधुआ धूरी कर इशनान, हर का नाम ध्याए सुन सबना नूं कर दान। भाव कि माघ दे महीने अंदर भाव माघ दे महीने अंदर जिहड़ा ये महीना चढ़िया है, लोग इस महीने तीर्थां ते इशनान करना बड़ा पुण्य समझते हैं। ये माघी दे दिन, ये माघ दा महीना जिस महीने विच माघी आउंदी है, भाव ਇਹਦੇ ਪਹਿਲੇ दिन ते माघ ਦਾ दिन मनाया जाता है। ते लोग ਜਿਹੜੇ उस समय वो ये समझे सन कि प्रयाग आदिक धार्म स्थानां दे उत्ते जिहड़ा जाके इशनान करना ये पुण्य है। ते गुरु साहब जी इस महीने राही बख्शिश करते हैं कि हे भाई, असल विच जिहड़ा मनुख इस महीने साधुआं दी संगत विच जाके उत्थे बैठ के ते साध जनां दी जिस तरह माघी दे महीने तीर्थां ते जाके मनुख इशनान करदा है, इसे तरह ही गुरमुखां दी संगत विच बैठ के वो परमात्मा दे नाम रूपी जल दे नाल इशनान करदा है। ते उन्हां दी चरण धूड़ नूं जिहड़ी साध संगत है उन्हां दी चरण धूड़ नूं अपने मत्थे उत्ते लाउंदा है। असल विच ये मनुख दा कर्म है। ते सतगुरु जी जिथे ये इशनान की गल करते हैं, नाल ही अगे बख्शिश करते हैं कि जिस तरह मनुख संगत विच बैठ के गुरमुखां की संगत करके इस संगत का शब्द दे नाल शब्द रूपी अमृत के नाल जिहड़ा वा इशनान करता है, वो उस शब्द नूं फिर हर का नाम ध्याई कै हर का नाम ध्याए सुन सबना नूं कर दान। ते बड़ी निमरता दे नाल गुरमुखां दी संगत करके फिर परमात्मा दा नाम जपदा है। ते परमात्मा दा नाम जप के ते जिथे आप जपदा है होर सबना नूं ये ध्यान देण जो गल है। केवल आप ही नहीं, जिस तरह असीं केवल आप परमात्मा दा नाम जपदे हां ते दूसरिਆਂ ਨੂੰ ਸੁਚੇਤ नहीं करदे। इस्लाम धर्म ਦੇ ਵਿੱਚ ਇਹ बड़ा ਵੱਡਾ ਪੁੰਨ ਸਮਝਿਆ ਜਾਂਦਾ ਜਦੋਂ ਉਹ ਮਸੀਤਾਂ ਵਿੱਚ ਜਾਂਦੇ ਆ ਨਾ ਨਮਾਜ਼ ਪੜ੍ਹਨ ਤੇ ਆਪਣੇ ਸਾਰੇ ਆਂਢੀ ਗੁਆਂਢੀ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਜਿਹੜੇ ਸਾਥੀ ਹੁੰਦੇ ਨੇ ਨਾਲ ਲੈ ਕੇ ਜਾਂਦੇ ਨੇ।
ਤੇ ਗੁਰੂ ਸਾਹਿਬ ਕਹਿੰਦੇ ਨੇ ਕਿ हे ਭਾਈ, ਉਹ ਮਨੁੱਖ ਜਿੱਥੇ ਸਾਧ ਸੰਗਤ ਵਿੱਚ ਆਣ ਕੇ ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉੱਤੇ ਲਾ ਕੇ ਬਾਣੀ ਰੂਪੀ ਅੰਮ੍ਰਿਤ ਦੇ ਨਾਲ, ਸ਼ਬਦ ਰੂਪੀ ਅੰਮ੍ਰਿਤ ਦੇ ਨਾਲ ਇਸ਼ਨਾਨ ਕਰਦਾ ਹੈ, ਮਨ ਨੂੰ ਧੋਂਦਾ ਹੈ, ਉਹ ਪ੍ਰਮਾਤਮਾ ਦਾ ਆਪ ਵੀ ਉਸ ਸੰਗਤ ਵਿੱਚ ਬੈਠ ਕੇ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਵੀ, ਸਾਰਿਆਂ ਨੂੰ ਜਿਹੜਾ ਵਾ ਦਾਨ ਰੂਪ ਵਿੱਚ, ਜਿਹੜਾ ਉਸ ਸਮੇਂ ਲੋਕ ਦਾਨ ਪੁੰਨ ਕਰਦੇ ਸਨ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਤੇ ਫਿਰ ਦਾਨ ਕਰਨਾ। ਤੇ ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਸ਼ਬਦ ਦਾ, ਪ੍ਰਮਾਤਮਾ ਦੇ ਨਾਮ ਦਾ ਜਿਹੜਾ ਦਾਨ ਹੈ, ਸਭ ਤੋਂ ਉੱਤਮ ਦਾਨ ਹੈ, ਕਿਉਂਕਿ ਇਹਦੇ ਨਾਲ ਮਨੁੱਖ ਦਾ ਜਿਹੜਾ ਜਨਮ ਹੈ ਉਹ ਸਫਲ ਹੋ ਜਾਣਾ। ਤੇ ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਨੇ ਕਿ ਹਰਿ ਕਾ ਨਾਮ ਧਿਆਏ ਸੁਣ, ਪ੍ਰਮਾਤਮਾ ਦਾ ਨਾਮ ਧਿਆ ਕੇ ਕੰਨਾਂ ਦੇ ਨਾਲ ਸੁਣ ਕੇ ਉਹਦੇ ਨਾਮ ਦੀ ਆਰਾਧਨਾ ਕਰਦਾ ਹੈ ਤੇ ਫਿਰ ਸਾਰਿਆਂ ਨੂੰ ਜਿਹੜਾ ਵਾ ਉਹ ਨਾਮ ਵੰਡਦਾ ਵੀ ਹੈ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਹੁਣ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਮਨੁੱਖ ਇਸ ਸੰਗਤ ਵਿੱਚ ਜਾ ਕੇ ਇਸ਼ਨਾਨ ਕਰਦਾ ਹੈ ਨਾ, ਹਾਂਜੀ ਇੱਕ ਸੈਕਿੰਡ, ਮੈਂ ਵਾਹਿਗੁਰੂ ਜੀ ਅੱਗੇ ਕਰ ਦੇਵਾਂ ਪੇਜ। ਹਰਿ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ, ਤੇ ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਧਿਆਨ ਨਾਲ ਇਸ ਪੰਕਤੀ ਨੂੰ ਵੇਖਣਾ। ਇੱਕ ਜਿਹੜਾ ਸ਼ਬਦ ਆ ਉਹ ਥੱਲੇ ਆ ਗਿਆ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਇਹ ਭਾਈ, ਇਸ ਤਰ੍ਹਾਂ ਜਿਹੜਾ ਮਨੁੱਖ ਤੀਰਥ ਆਦਿਕ ਸਥਾਨਾਂ ਨੂੰ ਛੱਡ ਕੇ ਸਤ ਸੰਗਤ ਰੂਪੀ ਜਿਹੜਾ ਵਾ ਉਸ ਜਲ ਦੇ ਵਿੱਚ, ਸ਼ਬਦ ਰੂਪੀ ਜਲ ਦੇ ਵਿੱਚ ਇਸ਼ਨਾਨ ਕਰਦਾ ਹੈ, ਸਤ ਸੰਗਤ ਰੂਪੀ ਸਰੋਵਰ ਵਿੱਚ ਬੈਠ ਕੇ ਭਾਈ, ਤੇ ਜਿਹੜਾ ਫਿਰ ਉਸ ਸਰੋਵਰ ਵਿੱਚ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਨਾਮ ਧਿਆਉਂਦਾ ਹੈ ਤੇ ਸਾਰਿਆਂ ਨੂੰ ਦਾਨ ਕਰਦਾ ਹੈ, ਉਹਦਾ ਇਹ ਕਰਮ ਕਰਨ ਦੇ ਨਾਲ ਕਈ ਜਨਮਾਂ ਦੇ ਕੀਤੇ ਹੋਏ ਜਿਹੜੇ ਉਹ ਮਨੁੱਖ ਦੇ ਕਰਮ ਨੇ, ਉਹਨਾਂ ਵਿੱਚੋਂ ਉਤਪੰਨ ਹੋਈ ਵਿਕਾਰਾਂ ਦੀ ਜਿਹੜੀ ਮੈਲ ਹੈ ਮਨ ਦੇ ਉੱਤੇ ਚੜੀ ਹੋਈ, ਉਹ ਲਹਿ ਜਾਂਦੀ ਹੈ। ਮਨ ਦੇ ਅੰਦਰ ਜਿਹੜਾ ਹੰਕਾਰ ਹੈ ਨਾ, ਗੁਮਾਨ ਦਾ ਭਾਵ ਅਰਥ ਹੈ ਅਹੰਕਾਰ। ਜਿਹੜਾ ਮਨੁੱਖ ਅਹੰਕਾਰ ਕਰਦਾ ਹੈ, ਉਹਦੇ ਮਨ ਦਾ ਜਿਹੜਾ ਅਹੰਕਾਰ ਫਿਰ ਲੱਥ ਜਾਂਦਾ ਹੈ। ਪਰ ਉਹ ਉਦੋਂ ਜਦੋਂ ਉਹ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਸ਼ਬਦ ਰੂਪੀ ਜਲ ਦੇ ਨਾਲ ਇਸ਼ਨਾਨ ਕਰਦਾ ਹੈ ਤੇ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ ਤੇ ਸਾਰਿਆਂ ਨੂੰ ਉਸ ਨਾਮ ਦੀ ਦਾਤ ਵੰਡਦਾ ਹੈ ਕਿ ਭਾਈ ਆਪ ਜਪੋ ਅਵਰਾ ਨਾਮ ਜਪਾਵੋ। ਆਪ ਵੀ ਜਪਦਾ ਤੇ ਹੋਰਨਾਂ ਨੂੰ ਵੀ ਜਪਾਉਂਦਾ ਹੈ। ਉਸ ਸਦਕਾ ਜਿਹੜਾ ਵਾ ਉਹਦੇ ਮਨ ਦੇ ਉੱਤੇ ਜਿਹੜੇ ਚੜੇ ਹੋਏ ਵਿਕਾਰ ਨੇ ਉਹ ਲੱਥ ਜਾਂਦੇ ਨੇ, ਜਨਮਾਂ ਜਨਮਾਂ ਦੇ, ਇੱਕ ਨਹੀਂ ਜਨਮਾਂ ਜਨਮਾਂ ਦੇ। ਤੇ ਫਿਰ ਸਤਿਗੁਰੂ ਜੀ ਨਾਲ ਹੀ ਅੱਗੇ ਬਖਸ਼ਿਸ਼ ਕਰਦੇ ਨੇ ਕਿ ਕਾਮ ਕ੍ਰੋਧ ਨ ਮੋਹੀਐ, ਬਿਨਸੈ ਲੋਭ ਸੁਮਾਨ। ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਭਾਈ, ਫਿਰ ਉਹਨੂੰ ਕਾਮ ਭਾਵ ਜਿਹੜਾ ਮਨੁੱਖ ਕਾਮੀ ਬਣ ਕੇ ਕਾਮ ਭੋਗਦਾ ਹੈ, ਕ੍ਰੋਧ ਜਿਹੜਾ ਮਨੁੱਖ ਕ੍ਰੋਧ ਦੇ ਵਿੱਚ ਆ ਕੇ ਲੋਕਾਂ ਨੂੰ ਫਿਰ ਠੱਗਦਾ ਹੈ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਭਾਈ, ਇਸ ਸਿਮਰਨ ਦੀ ਬਰਕਤ ਸਦਕਾ ਜਿਹੜਾ ਵਾ ਕਾਮ ਵਿੱਚ, ਕ੍ਰੋਧ ਵਿੱਚ ਮਨੁੱਖ ਨਹੀਂ ਫਸਦਾ। ਜਿਹੜਾ ਲੋਭ ਰੂਪੀ ਅੰਦਰ ਕੁੱਤਾ ਬੈਠਾ ਹੈ ਨਾ, ਲੋਭ ਸਵਾਨ, ਸਵਾਨ ਦਾ ਭਾਵ ਹੈ ਕੁੱਤਾ। ਲੋਭ ਰੂਪੀ ਕੁੱਤਾ ਜਿਹੜਾ ਅੰਦਰ ਰੋਜ਼ਾਨਾ ਭੌਂਕਦਾ ਹੈ ਨਾ, ਜ਼ਬਾਨ ਬਾਹਰ ਕੱਢਦਾ ਹੈ, ਤਰਲੋ ਮੱਛੀ ਹੁੰਦਾ ਹੈ, ਥਾਂ ਥਾਂ ਦੇ ਗੰਦਗੀ ਦੇ ਉੱਤੇ ਜ਼ਬਾਨਾਂ ਮਾਰਦਾ ਹੈ ਭਾਈ, ਉਹ ਮਨੁੱਖ ਫਿਰ ਜਿਹੜਾ ਹੈ ਉਹਦੇ ਅੰਦਰੋਂ ਇਹ ਸਭ ਕੁਝ ਖਤਮ ਹੋ ਜਾਂਦਾ ਹੈ। ਭਾਵ ਉਹ ਅੰਦਰ ਜਿਹੜਾ ਵਾ ਉਹਦੇ ਅੰਦਰ ਇਹ ਲੋਭ, ਇਹ ਕ੍ਰੋਧ, ਇਹ ਕਾਮ, ਇਹ ਸਭ ਕੁਝ ਜਿਹੜੇ ਨੇ ਹੁਣ ਉਤਪੰਨ ਨਹੀਂ ਹੁੰਦੇ। ਹੁਣ ਮਨੁੱਖ ਕੁੱਤੇ ਵਾਂਗ ਤੇ ਦਰ ਦਰ ਨਹੀਂ ਭਟਕਦਾ, ਪਰ ਤਾਂ ਜਦੋਂ ਉਹਦੇ ਅੰਦਰ ਸਿਮਰਨ ਚੱਲਦਾ ਹੋਵੇ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਭਾਈ, ਐਸਾ ਮਨੁੱਖ ਜਿਹਦੇ ਉੱਤੇ ਸਤਿਗੁਰੂ ਦੀ ਰਹਿਮਤ ਹੋ ਗਈ ਹੋਵੇ, ਜਿਹਨੇ ਇਸ ਮਹੀਨੇ ਦੇ ਅੰਦਰ ਪ੍ਰਮਾਤਮਾ ਦੀ ਬੰਦਗੀ ਦਾ ਲੜ, ਗੁਰੂ ਦੀ ਸੰਗਤ ਦਾ ਲੜ ਫੜ ਰਿਹਾ ਹੋਵੇ, ਉਸ ਸੰਗਤ ਵਿੱਚ ਸ਼ਬਦ ਦੇ ਜਲ ਰਾਹੀਂ ਇਸ਼ਨਾਨ ਕਰਦਾ ਹੋਵੇ, ਫਿਰ ਐਸੇ ਮਾਰਗ ਤੇ ਚੱਲਦਿਆਂ ਹੋਇਆਂ ਮਨੁੱਖ ਇਹ ਸਭ ਕੁਝ ਛੱਡ ਦਿੰਦਾ ਹੈ ਤੇ ਐਸੇ ਮਾਰਗ ਤੇ ਚੱਲਣ ਵਾਲੇ ਦੀ ਲੋਕ ਜਗਤ ਜਹਾਨ ਉਸਤਤ ਕਰਦਾ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ।
इस सच्चे रस्ते ते तुरिया जगत दी इस ऐसे मनुख दी जगत जिहड़ा ਉਹ शोभा करदा है। 68 तीर्थ सगल पुन जी दया प्रवान। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ 68 ਤੀਰਥਾਂ ਦਾ ਇਸ਼ਨਾਨ ਜਿਹੜਾ ਨਾ ਲੋਕ ਇਹ ਮੰਨਦੇ ਨੇ ਕਿ ਜਿਹਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਸਭ ਤੋਂ ਵੱਡਾ ਇਨਸਾਨ ਹੈ। ਪਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਐਸੇ 68 ਤੀਰਥਾਂ ਤੇ ਜਾ ਕੇ ਇਸ਼ਨਾਨ ਦਾਨ ਪੁੰਨ ਕਰਨ ਦਾ ਜਿਹੜਾ ਫਲ ਹੈ ਨਾ, ਜਿਹੜਾ ਮਨੁੱਖ ਜੀਆਂ ਦੇ ਉੱਤੇ ਦਇਆ ਕਰਦਾ ਹੈ, ਜਿਹੜਾ ਮਨੁੱਖ ਜੀਆਂ ਦੇ ਉੱਤੇ ਦਇਆ ਕਰਦਾ ਹੈ ਨਾ, ਇਹ ਭਾਈ ਉਹਨੂੰ ਐਸੇ 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਮਿਲ ਜਾਂਦਾ ਹੈ। ਭਾਵ ਇਹ ਮਨੁੱਖ ਦੇ ਹਿੱਸੇ ਹੈ ਕਿ ਇਹਨੇ ਦਇਆ ਕਰਨੀ ਹੈ। ਇਹ ਧਾਰਮਿਕ ਕੰਮ ਮੰਨਿਆ ਗਿਆ ਹੈ, ਪਰ ਇਹ ਸਭ ਕੁਝ ਸਿਮਰਨ ਵਿੱਚ ਹੀ ਹੈ। ਜਦੋਂ ਮਨੁੱਖ ਸਿਮਰਨ ਕਰੇ ਤੇ ਫਿਰ ਹੀ ਜਿਹੜਾ ਵਾ ਮਨੁੱਖ ਦੇ ਅੰਦਰ ਚੰਗੇ ਗੁਣ ਫਲਦੇ ਨੇ ਤੇ ਉਹ ਜਿਹੜੇ ਗੁਣ ਹੁੰਦੇ ਨੇ ਫਿਰ ਉਹਨਾਂ ਗੁਣਾਂ ਦੇ ਸਦਕਾ ਹੀ ਮਨੁੱਖ ਜਿਹੜਾ ਵਾ ਸੰਸਾਰ ਦੇ ਵਿੱਚ ਵਿਚਰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਐਸੇ ਮਨੁੱਖ ਦੇ ਉੱਤੇ ਸਤਿਗੁਰੂ ਜੀ ਰਹਿਮਤ ਕਰਦੇ ਨੇ। ਉਹਨੂੰ 68 ਤੀਰਥਾਂ ਦਾ ਕੀਤਾ ਹੋਇਆ ਦਾਨ ਪੁੰਨ ਇਸ਼ਨਾਨ ਜਿਹੜਾ ਵਾ ਉਹ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ, ਜਿਹੜਾ ਮਨੁੱਖ ਜੀਵਾਂ ਦੇ ਉੱਤੇ ਦਇਆ ਕਰਦਾ। ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਸੁਜਾਨ ਭਾਵ ਸਿਆਣਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਉਹੀ ਮਨੁੱਖ ਸਿਆਣਾ ਹੈ ਜਿਹਦੇ ਉੱਤੇ ਪ੍ਰਮਾਤਮਾ ਨੇ ਰਹਿਮਤ ਕੀਤੀ ਹੈ, ਜਿਹਨੂੰ ਆਪਣਾ ਸਿਮਰਨ ਦਿੱਤਾ ਹੈ, ਸਿਮਰਨ ਦੀ ਦਾਤ ਦਿੱਤੀ ਹੈ। ਭਾਈ ਉਹ ਸਿਆਣਾ ਮਨੁੱਖ ਹੈ, ਉਹ ਜ਼ਿੰਦਗੀ ਦੇ ਸਹੀ ਰਸਤੇ ਨੂੰ ਪਛਾਣ ਲੈਂਦਾ ਹੈ। ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਇਹ ਭਾਈ ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨਾਨਕ ਮੋਹਰ ਵਰਤੇ ਕੇ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੂੰ ਪ੍ਰਮਾਤਮਾ ਮਿਲ ਗਿਆ ਹੈ, ਸੋਹਣਾ ਪ੍ਰਭੂ ਮਿਲ ਗਿਆ ਹੈ। ਤੇ ਨਾਲ ਹੀ ਸਤਿਗੁਰੂ ਜੀ ਅਖੀਰਲੀ ਪੰਕਤੀ ਅੰਦਰ ਬਖਸ਼ਿਸ਼ ਕਰਦੇ ਨੇ ਮਾਗ ਸੁੱਚੇ ਸੇ ਕੰਢੀਐ ਜਿਨ ਪੂਰਾ ਗੁਰ ਮਿਹਰਬਾਨ। ਇਸ ਮਹੀਨੇ ਦੇ ਅੰਦਰ ਸਿਰਫ ਉਹੀ ਸੁੱਚੇ ਬੰਦੇ ਆਖੇ ਜਾਂਦੇ ਨੇ, ਉਹ ਨਹੀਂ ਜਿਹੜੇ ਤੀਰਥ ਆਦਿਕ ਤੇ ਇਸ਼ਨਾਨ ਕਰਕੇ ਦਾਨ ਪੁੰਨ ਕਰਕੇ ਤੇ ਆਣ ਕੇ ਫਿਰ ਠੱਗੀਆਂ ਮਾਰਦੇ ਨੇ। ਭਾਈ ਉਹਨਾਂ ਤੇ ਨਹੀਂ, ਸਤਿਗੁਰੂ ਜੀ ਸਿਰਫ ਉਹਨਾਂ ਬੰਦਿਆਂ ਨੂੰ ਆਖ ਰਹੇ ਨੇ ਕਿ ਉਹੀ ਮਨੁੱਖ ਸੁੱਚੇ ਬੰਦੇ ਆਖੇ ਜਾਂਦੇ ਨੇ ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ, ਜਿਨ੍ਹਾਂ ਨੂੰ ਸਿਮਰਨ ਦੀ ਦਾਤ ਦਿੰਦਾ ਹੈ। ਉਹਨਾਂ ਦੇ ਉੱਤੇ ਸਤਿਗੁਰੂ ਜੀ ਰਹਿਮਤ ਕਰਦੇ ਹਨ ਤੇ ਉਹੀ ਅਸਲ ਵਿੱਚ ਆਖੇ ਜਾਂਦੇ ਨੇ ਸੁੱਚੇ ਬੰਦੇ ਜਿਨ੍ਹਾਂ ਦੇ ਉੱਤੇ ਸਤਿਗੁਰੂ ਜੀ ਰਹਿਮਤ ਕਰਦਾ ਹੈ। ਸੋ ਇਹ ਮਾਘ ਮਹੀਨੇ ਦੇ ਸ਼ਬਦ ਦੀ ਵਿਚਾਰ ਹੈ। ਹੁਣ ਅਗਲਾ ਮਹੀਨਾ ਫਾਲਗੁਨ, ਇਹ ਅਖੀਰਲਾ ਮਹੀਨਾ ਹੈ, 12ਵਾਂ ਮਹੀਨਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਫਾਲਗੁਨ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਜਦੋਂ ਸਿਆਲੀ ਰੁੱਤ ਆ ਨਾ, ਬੜੀ ਕਰੜੀ ਰੁੱਤ ਹੈ ਸਿਆਲੀ ਰੁੱਤ, ਬੜੀ ਠੰਡੀ ਐਨ ਸਰਦੀ। ਤੇ ਉਸ ਸਰਦੀ ਰੁੱਤ ਤੋਂ ਪਿੱਛੋਂ ਜਦੋਂ ਬਹਾਰ ਫਿਰਨ ਲੱਗਦੀ ਹੈ ਨਾ, ਫੱਗਣ ਦਾ ਮਹੀਨਾ ਜਦੋਂ ਆਉਂਦਾ ਹੈ, ਲੋਕ ਹੋਲੀਆਂ ਦੇ ਰੰਗ ਤਮਾਸ਼ਿਆਂ ਰਾਹੀਂ ਖੁਸ਼ੀਆਂ ਮਨਾਉਂਦੇ ਨੇ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਇਸ ਮਹੀਨੇ ਅੰਦਰ ਕਿ ਹੇ ਭਾਈ ਫੱਗਣ ਮਹੀਨੇ ਵਿੱਚ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਜਣ ਹਰੀ ਪ੍ਰਤੱਖ ਵਸਦਾ ਹੈ। ਉਹ ਨਹੀਂ ਜਿਨ੍ਹਾਂ ਦੇ ਉੱਤੋਂ ਕੱਕਰ ਪਾਲੇ ਦੀ ਤਹਿ ਜਿਹੜੀ ਲੱਥ ਜਾਂਦੀ ਹੈ, ਭਾਵ ਪਾਲਾ ਹਟਦਾ ਹੈ, ਕੱਕਰ ਹਟਦਾ ਹੈ, ਸਿਆਲੀ ਰੁੱਤ ਲੰਘਦੀ ਹੈ ਤੇ ਸਰੀਰ ਤਰੋ ਤਾਜ਼ਾ ਹੋ ਜਾਂਦਾ ਹੈ। ਹੁਣ ਠੰਡ ਨਹੀਂ ਲੱਗਦੀ ਤੇ ਮਨੁੱਖ ਨੱਚਣ ਕੁੱਦਣ ਲੱਗ ਪੈਂਦੇ। ਉਹ ਅਸਲ ਵਿੱਚ ਮਨੁੱਖ ਖੁਸ਼ੀ ਨਹੀਂ, ਉਹਦੇ ਅੰਦਰ ਆਨੰਦ ਨਹੀਂ। ਅਸਲ ਵਿੱਚ ਉਹਦੇ ਅੰਦਰ ਉਹ ਆਨੰਦ ਪ੍ਰਾਪਤ ਹੁੰਦਾ ਹੈ ਜਿਹਦੇ ਅੰਦਰ ਪ੍ਰਮਾਤਮਾ ਆਪ ਸੱਚ ਬੈਠਦਾ ਹੈ। ਪਰ ਉਹ ਤਾਂ ਜਦੋਂ ਮਨੁੱਖ ਇਸ ਮਹੀਨੇ ਵਿੱਚ ਉਹਦਾ ਨਾਮ ਜਪੇ ਤੇ
ਜਿਹੜਾ ਨਾਮ ਜਪਦਾ ਹੈ ਜਿਹਦੇ ਅੰਦਰ ਫਿਰ ਸਤਿਗੁਰੂ ਜੀ ਆਪ ਨਿਵਾਸ ਕਰ ਲੈਂਦੇ ਨੇ, ਆਪ ਵਸ ਜਾਂਦੇ ਨੇ, ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ। ਇਹ ਆਨੰਦ ਸ਼ਬਦ ਬੜਾ ਹੀ ਆਇਆ। ਅੱਜ ਅੰਮ੍ਰਿਤ ਵੇਲੇ ਵਿਚਾਰ ਸ਼ੁਰੂ ਕੀਤੀ ਸੀ ਨਾਨਕ ਨਗਰ ਆਨੰਦ ਬਾਣੀ ਦੀ, ਤੇ ਉੱਥੇ ਵੀ ਦਾਸ ਨੇ ਇਹੀ ਬੇਨਤੀ ਕੀਤੀ ਸੀ, ਇਹ ਆਨੰਦ ਜਿਹੜਾ ਸ਼ਬਦ ਹੈ ਨਾ, ਆਨੰਦ, ਆਨੰਦ ਭਇਆ ਮੇਰੀ ਮਾਏ, ਜਿਸ ਤਰ੍ਹਾਂ ਸ਼ਬਦ ਆਇਆ, ਇਹ ਮਨੁੱਖ ਦੇ ਅੰਦਰ ਉਹ ਖੇੜਾ ਹੈ ਜਿਹੜਾ ਕਦੇ ਨਹੀਂ ਬਿਨਸਦਾ। ਇਹ ਇੱਕ ਵਾਰੀ ਮਨੁੱਖ ਦੇ ਮਨ ਉੱਤੇ ਆਨੰਦ ਆ ਗਿਆ ਨਾ, ਅੰਦਰ ਆਨੰਦ ਪ੍ਰਗਟ ਹੋ ਗਿਆ, ਫਿਰ ਉਹ ਮਨੁੱਖ ਦੇ ਉੱਤੇ ਰੋਗ ਸੋਗ ਦੁੱਖ ਭੁੱਖੇ ਸਭ ਕੁਝ ਆ ਜਾਣ, ਪਰ ਉਹਦੇ ਅੰਦਰੋਂ ਉਹ ਆਨੰਦ ਨਹੀਂ ਬਿਨਸਦਾ। ਸਤਿਗੁਰੂ ਜੀ ਇੱਥੇ ਵੀ ਇਹ ਬਖਸ਼ਿਸ਼ ਕਰਦੇ ਨੇ। ਇਹ ਆਨੰਦ ਤਾਂ ਹੀ ਪੈਦਾ ਹੁੰਦਾ ਹੈ ਜਦੋਂ ਹਰੀ ਪ੍ਰਮਾਤਮਾ ਗੁਰੂ ਪ੍ਰਤੱਖ ਹਿਰਦੇ ਉੱਤੇ ਵਸਦਾ ਹੈ ਨਾ, ਫਿਰ ਉਹ ਆਤਮਿਕ ਆਨੰਦ ਜਿਹੜਾ ਵਾ ਪੂਰਨ ਖੜਾਓ ਜਿਹਨੂੰ ਆਖਿਆ ਜਾਂਦਾ, ਉਹ ਅੰਦਰ ਪੈਦਾ ਹੋ ਜਾਂਦਾ ਹੈ। ਤੇ ਜਦੋਂ ਪੂਰਨ ਖੜਾਓ ਹੋ ਜਾਂਦਾ ਹੈ, ਫਿਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਫਿਰ ਪਰਮਾਤਮਾ ਨਾਲ ਮਿਲਣ ਵਿੱਚ ਸਹਾਇਤਾ ਕਰਨ ਵਾਲੇ ਜਿਹੜੇ ਨੇ ਉਹ ਸੰਤ ਬਣ ਜਾਂਦੇ ਨੇ। ਜਿਹੜੇ ਸੰਤ ਜਨ ਨੇ ਨਾ, ਭਲੇ ਪੁਰਸ਼, ਉਹ ਫਿਰ ਸਹਾਇਤਾ ਕਰਨ ਲੱਗ ਪੈਂਦੇ ਨੇ ਤੇ ਮਿਹਰ ਕਰਕੇ ਉਹਨਾਂ ਨੂੰ ਫਿਰ ਪ੍ਰਭੂ ਦੇ ਨਾਲ ਜੋੜ ਦਿੰਦੇ ਹਨ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾ ਨਾਹੀਂ ਜਾਏ। ਉਹਨਾਂ ਦੀ ਹਿਰਦਾ ਰੂਪੀ ਸੇਜ ਉੱਤੇ, ਭਾਵ ਜਿਹੜੀ ਹਿਰਦੇ ਦੀ ਸੇਜ ਹੈ ਉਹਦੇ ਉੱਤੇ ਪ੍ਰਮਾਤਮਾ ਆਪ ਵਸਦਾ ਹੈ ਤੇ ਉਹ ਸੁੰਦਰ ਬਣ ਜਾਂਦੀ ਹੈ। ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ। ਫਿਰ ਦੁੱਖਾਂ ਲਈ ਉਹਨਾਂ ਦੇ ਹਿਰਦੇ ਵਿੱਚ ਕੋਈ ਰੱਤਾ ਭਰ ਵੀ ਥਾਂ ਨਹੀਂ ਰਹਿ ਜਾਂਦੀ। ਦੁੱਖ ਆਉਂਦੇ ਨੇ ਪਰ ਉਹ ਪ੍ਰਤੀਤ ਨਹੀਂ ਹੁੰਦੇ। ਫਿਰ ਉਹ ਦੁੱਖ ਵਿੱਚ ਸੂਖ ਮਨਾਈ ਵਾਲੀ ਅਵਸਥਾ ਵਿੱਚ ਅੱਪੜ ਜਾਂਦੇ ਨੇ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਦੋਂ ਪ੍ਰਮਾਤਮਾ ਸੇਜ ਦੇ ਉੱਤੇ ਆ ਜਾਂਦਾ ਹੈ, ਹਿਰਦੇ ਰੂਪੀ ਸੇਜ ਦੇ ਉੱਤੇ ਪ੍ਰਮਾਤਮਾ ਵਸ ਜਾਂਦਾ ਹੈ, ਇਹ ਸੋਹਣੀ ਬਣ ਜਾਂਦੀ ਹੈ। ਫਿਰ ਐਸੇ ਮਨੁੱਖ ਦੇ ਅੰਦਰੋਂ ਇਸ਼ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ। ਫਿਰ ਉਹ ਵੱਡ ਭਾਗਣ ਜੀਵ ਰੂਪੀ ਇਸਤਰੀ ਜਿਹੜੀ ਹੈ ਨਾ, ਉਹਦੇ ਮਨ ਦੀ ਜਿਹੜੀ ਕੋਈ ਵੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ। ਜਦੋਂ ਹਿਰਦੇ ਰੂਪੀ ਸੇਜ ਦੇ ਉੱਤੇ ਪ੍ਰਭੂ ਪਤੀ ਆਪ ਵਸ ਜਾਂਦਾ ਹੈ, ਸੋਹਣੀ ਬਣ ਜਾਂਦੀ ਹੈ, ਤੇ ਫਿਰ ਜੋ ਵੀ ਅੰਦਰੋਂ ਵਲਵਲਾ ਪੈਦਾ ਹੁੰਦਾ ਹੈ, ਇੱਛਾ ਪੈਦਾ ਹੁੰਦੀ ਹੈ, ਉਹ ਵਡਭਾਗਣ ਜੀਵ ਰੂਪੀ ਇਸਤਰੀ ਦੀ ਜਿਹੜੀ ਮਨੋਕਾਮਨਾ ਫਿਰ ਉਹ ਪੂਰੀ ਹੋ ਜਾਂਦੀ ਹੈ। ਉਹਨਾਂ ਨੂੰ ਹਰੀ ਪ੍ਰਭੂ ਖਸਮ ਆਪ ਮਿਲ ਪੈਂਦਾ ਹੈ। ਮਿਲ ਸਹੀਆ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ। ਫਿਰ ਉਹ ਸਤ ਸੰਗਤ ਰੂਪੀ ਸਹੇਲੀਆਂ ਨਾਲ ਰਲ ਬੈਠ ਕੇ ਜਿਹੜਾ ਵਾ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੀ ਹੈ। ਇਹ ਨਹੀਂ ਕਿ ਕੇਵਲ ਜਿਹੜਾ ਵਾ ਉਹ ਸਖੀਆਂ ਸਹੇਲੀਆਂ ਦੇ ਨਾਲ ਲੱਚਰਤਾ ਭਰੇ ਗੀਤ ਗਾਉਣੇ ਨੇ। ਜਿਹੜੀਆਂ ਐਸੀਆਂ ਜੀਵ ਰੂਪੀ ਇਸਤਰੀਆਂ ਨੇ, ਉਹ ਦਰ ਦਰ ਤੇ ਭਟਕਦੀਆਂ ਨੇ, ਜਿਹੜੇ ਲੱਚਰਤਾ ਭਰੇ ਗੀਤ ਗਾਉਂਦੀਆਂ ਨੇ। ਪਰ ਜਿਹੜੀਆਂ ਸਤ ਸੰਗਤ ਰੂਪੀ ਸਹੇਲੀਆਂ ਦੇ ਨਾਲ ਬੈਠ ਕੇ ਗੁਰੂ ਘਰ ਵਿੱਚ ਆ ਕੇ, ਜਾਂ ਜਿੱਥੇ ਵੀ ਸਮਾਂ ਬਣੇ, ਜਿੱਥੇ ਵੀ ਕੁਝ ਜੀਵ ਰੂਪੀ ਇਸਤਰੀਆਂ ਬੈਠ ਜਾਣ, ਉਹਦੇ ਵਿੱਚ ਪੁਰਸ਼ ਵੀ ਨੇ, ਉਹਦੇ ਵਿੱਚ ਔਰਤਾਂ ਬੱਚੇ ਸਭ ਕੁਝ ਆ ਜਾਂਦਾ। ਤੇ ਜਿਹੜੇ ਵੀ ਉਹਦੇ ਵਿੱਚ ਆਣ ਕੇ ਜੁੜ ਬੈਠਦੇ ਨੇ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਭਾਈ ਉਸ ਸਤ ਸੰਗਤ ਰੂਪੀ ਸਹੇਲੀਆਂ ਵਿੱਚ ਰਲ ਕੇ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਅਲਾਪ ਕਰਦੀਆਂ ਨੇ, ਤੇ ਫਿਰ ਉਹਨਾਂ ਦੇ ਅੰਦਰ ਆਤਮਿਕ ਆਨੰਦ ਜਿਹੜਾ ਉਹ ਪੈਦਾ ਹੋ ਜਾਂਦਾ ਹੈ। ਉਹ ਸਦਾ ਹੀ ਗੁਰਬਾਣੀ ਦੇ ਗੀਤ ਗਾਉਂਦੀਆਂ ਰਹਿੰਦੀਆਂ ਹਨ। ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਹੁਣ ਪ੍ਰਮਾਤਮਾ ਵਰਗਾ ਹੋਰ ਕੋਈ ਨਹੀਂ, ਉਹਦੀ ਬਰਾਬਰੀ ਕੋਈ ਕਰ ਸਕਦਾ? ਕੋਈ ਵੀ ਨਹੀਂ। ਨਾ ਹੀ ਕੋਈ ਕਰ ਸਕਣ ਵਾਲਾ ਕੋਈ ਦੂਜਾ ਨਹੀਂ ਹੈ। ਕੇਵਲ ਪਰਮਾਤਮਾ ਇੱਕ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਰੰਭ ਵਿੱਚ ਇਹ ਗੱਲ ਕਰ ਦਿੱਤੀ ਸੀ ਕਿ ਇੱਕ ਓੰਕਾਰ, ਪਰਮਾਤਮਾ ਕੇਵਲ ਇੱਕ ਹੈ। ਨਾ ਕੋਈ ਉਹਦਾ ਸ਼ਰੀਕ ਹੈ, ਨਾ ਕੋਈ ਉਹਦੀ ਬਰਾਬਰੀ ਕਰਨ ਜੋਗਾ, ਉਹਦੇ ਨੇੜੇ ਤੇੜੇ ਦੂਜਾ ਲਵੈ ਨਾ ਲਾਵੇ। ਲਵੈ ਲਾਉਣਾ ਭਾਵ ਨੇੜੇ ਤੇੜੇ, ਉਹਦੇ ਨੇੜੇ ਇਰਦ ਗਿਰਦ ਵੀ ਕੋਈ ਨਹੀਂ ਪਹੁੰਚ ਸਕਦਾ। ਪਰਮਾਤਮਾ ਕੇਵਲ ਇੱਕ ਹੈ, ਸਰਬ ਸ਼ਕਤੀਮਾਨ ਹੈ। ਉਹ ਪਰਮਾਤਮਾ ਹੀ, ਉਹਦੇ ਵਰਗਾ ਹੋਰ ਕੋਈ ਨਹੀਂ ਇਸ ਧਰਤੀ ਦੇ ਉੱਤੇ, ਤੇ ਨਾ ਹੀ ਕੋਈ ਦਿਸਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਪਰਮਾਤਮਾ ਸਭ ਤੋਂ ਉੱਚਾ ਹੈ। ਹਲਤ ਪਲਤ ਸਵਾਰੇ ਉਨ, ਨਿਹਚਲ ਦਿੱਤੀਆਂ ਨ ਜਾਏ। ਉਹ ਪਰਮਾਤਮਾ ਜਿਹਦੇ ਵਰਗਾ ਕੋਈ ਨਹੀਂ, ਜਿਹਦੇ ਬਰਾਬਰ ਕੋਈ ਨਹੀਂ,
ਉਹਦੇ ਬਰਾਬਰ ਕੋਈ ਪਹੁੰਚਣ ਵਾਲਾ ਨਹੀਂ, ਉਹਦਾ ਸ਼ਰੀਕ ਕੋਈ ਨਹੀਂ। ਉਹ ਪ੍ਰਮਾਤਮਾ ਫਿਰ ਸਤ ਸੰਗਤ ਸਹੇਲੀਆਂ ਦਾ ਲੋਕ ਤੇ ਪ੍ਰਲੋਕ ਸਵਾਲ ਦਿੰਦਾ ਹੈ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿੰਦਾ ਹੈ। ਐਸੀ ਥਾਂ ਬਖਸ਼ੀ ਹੈ ਜੋ ਕਦੇ ਫਿਰ ਉੱਥੇ ਬੈਠਾ ਹੋਇਆ ਮਨੁੱਖ ਡੋਲਦਾ ਨਹੀਂ। ਸੰਸਾਰ ਸਾਗਰ ਤੇ ਰੱਖਿਓਨ, ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ ਕਿ ਸੰਸਾਰ ਸਾਗਰ ਤੇ ਰੱਖਿਓਨ, ਬਹੁੜ ਨਾ ਜਨਮੈ ਧਾਏ। ਭਾਵ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਿ ਇਹ ਭਾਈ ਉਹ ਪ੍ਰਮਾਤਮਾ, ਉਹ ਪ੍ਰਭੂ ਸੰਸਾਰ ਸਮੁੰਦਰ ਤੋਂ ਉਹਨਾਂ ਜਿਹੜੇ ਮਨੁੱਖ ਨਾਮ ਜਪਦੇ ਨੇ ਉਹਨਾਂ ਨੂੰ ਹੱਥ ਦੇ ਕੇ ਰੱਖ ਲੈਂਦਾ ਹੈ, ਜੇ ਉਹਨਾਂ ਦਾ ਫਿਰ ਜਨਮ ਮਰਨ ਦਾ ਗੇੜ ਵੀ ਮੁਕਾ ਦਿੰਦਾ ਹੈ। ਉਹਨੂੰ ਫਿਰ ਜਨਮ ਮਰਨ ਦੇ ਗੇੜ ਦੀ ਦੌੜ ਭੱਜ ਨਹੀਂ ਰਹਿੰਦੀ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਇਹ ਭਾਈ ਇਹ ਜੀਵ ਕੇਵਲ ਇੱਕ ਹੈ, ਜਿਹੜੀ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ, ਇੱਕ ਹੀ ਜੀਵ ਹੈ, ਤੇ ਪ੍ਰਭੂ ਦੇ ਜਿਹੜੇ ਗੁਣ ਨੇ ਉਹ ਅਨੇਕਾਂ ਨੇ। ਅਸੀਂ ਇੰਨੇ ਨਹੀਂ ਕਿ ਉਹਦੇ ਪ੍ਰਮਾਤਮਾ ਦੇ ਸਮੁੱਚੇ ਗੁਣਾਂ ਨੂੰ ਜਿਹੜਾ ਵਾ ਉਹ ਬੋਲ ਸਕੀਏ, ਕਿਉਂਕਿ ਉਹਦੇ ਗੁਣ ਬਹੁਤੇ ਨੇ। ਅਸੀਂ ਕੇਵਲ ਜਿਹੜਾ ਸਾਡੇ ਅੰਦਰ ਪ੍ਰਮਾਤਮਾ, ਜਿਹੜੇ ਉਸ ਪ੍ਰਮਾਤਮਾ ਨੇ ਸਾਡੇ ਅੰਦਰ ਗੁਣ ਨੇ, ਪ੍ਰਮਾਤਮਾ ਦੇ ਜਿਹੜੇ ਗੁਣ ਨੇ ਤੇ ਸਾਡੇ ਅੰਦਰ ਜਿਹੜੇ ਵਸਣੇ ਨੇ ਉਹ ਗੁਣ ਬਹੁਤੇ ਨੇ। ਇਸ ਜ਼ਬਾਨ ਦੇ ਨਾਲ ਉਹਨਾਂ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਭਾਈ ਅਸੀਂ ਉਹਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੇ, ਨਾ ਹੀ ਬਿਆਨ ਕਰਨ ਜੋਗੇ ਆ। ਪਰ ਜਿਹੜੇ ਮਨੁੱਖ, ਜਿਹੜੇ ਜੀਵ ਉਹਦੇ ਚਰਨਾਂ ਵਿੱਚ ਆਣ ਕੇ ਡਿੱਗਦੇ ਨੇ, ਉਹਦਾ ਆਸਰਾ ਤੱਕਦੇ ਨੇ, ਉਹਨਾਂ ਨੂੰ ਫਿਰ ਪ੍ਰਮਾਤਮਾ ਆਪਣੇ ਗੁਣ ਬਖਸ਼ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਤੇ ਸਤਿਗੁਰੂ ਜੀ ਅਖੀਰਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ, ਫਲ ਗੁਣ ਨਿਤ ਸਲਾਹੀਐ, ਜਿਸ ਨੂੰ ਤਿਲ ਨਾ ਤਮਾਏ। ਇਹ ਭਾਈ ਫੱਗਣ ਦੇ ਮਹੀਨੇ ਵਿੱਚ ਜਿਹੜਾ ਮਨੁੱਖ ਹੋਲੀਆਂ ਆਦਿਕ ਦੇ ਵਿੱਚੋਂ ਆਨੰਦ ਲੱਭਣ ਦੇ ਥਾਂ ਸਦਾ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਨਾ, ਇਹ ਭਾਈ ਉਹ ਉਹਦੀ ਵਡਿਆਈ ਕਰਦਾ ਹੈ। ਤੇ ਪ੍ਰਮਾਤਮਾ ਜਦੋਂ ਐਸਾ ਮਨੁੱਖ ਸਿਰਫ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਤੇ ਫਿਰ ਉਹ ਆਪਣੀ ਵਡਿਆਈ, ਜਿਹੜੀ ਉਹਦੀ ਪ੍ਰਮਾਤਮਾ ਦੀ ਮਨੁੱਖ ਵਡਿਆਈ ਕਰਦਾ, ਉਸ ਵਡਿਆਈ ਦੇ ਕਾਰਨ ਉਸ ਮਨੁੱਖ ਦੇ ਅੰਦਰ ਰੱਤਾ ਭਰ ਵੀ ਲਾਲਚ ਨਹੀਂ ਰਹਿੰਦਾ ਕਿ ਮੈਨੂੰ ਆਹ ਮਿਲ ਜੇ, ਮੈਨੂੰ ਉਹ ਮਿਲ ਜੇ। ਉਹ ਕੇਵਲ ਫਿਰ ਪ੍ਰਮਾਤਮਾ ਦੀ ਬੰਦਗੀ ਵਿੱਚ ਜੁੜਿਆ ਰਹਿੰਦਾ ਹੈ। ਹੁਣ ਇਹ 12 ਮਹੀਨੇ 13ਵਾਂ ਇਹ ਪਦਾ ਹੈ, 13ਵਾਂ ਸ਼ਬਦ। ਇਸ ਬਾਣੀ ਦੇ ਅੰਦਰ ਟੋਟਲ 14 ਪਦੇ ਨੇ। ਪਹਿਲੇ ਪਦੇ ਅੰਦਰ ਸਤਿਗੁਰੂ ਜੀ ਨੇ ਜੋ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਅਸੀਂ ਕੀਤੇ ਹੋਏ ਕਰਮਾਂ ਕਰਕੇ ਵਿਛੜਿਆ, ਤੇ ਫਿਰ ਪਹਿਲਾ ਮਹੀਨਾ ਚੇਤ ਗੋਬਿੰਦ ਆਰਾਧੀਏ, ਤੇ ਅਖੀਰਲਾ ਇਹ ਫਲਗੁਣ ਆਨੰਦ ਉਪਾਰਜਨਾ। ਤੇ ਅਖੀਰ ਉੱਤੇ ਜਿੱਥੇ ਪਹਿਲਾਂ ਕਿਹਾ ਸੀ ਨਾ ਕਿ ਅਸੀਂ ਕੀਤੇ ਹੋਏ ਕਰਮਾਂ ਕਰਕੇ ਵਿਛੜੇ ਹਾਂ, ਹੁਣ ਅਖੀਰ ਉੱਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਭਾਈ ਮਨ ਦੇ ਵਿੱਚ ਰੋਸ ਨਹੀਂ ਕਰਨਾ, ਇਹਨਾਂ 12 ਮਹੀਨਿਆਂ ਦੇ ਰਾਹੀਂ ਆਪਣੇ ਅੰਦਰਲੀਆਂ ਰੁੱਤਾਂ ਨੂੰ ਖਲੋਰ। ਤੇ ਅਖੀਰ ਉੱਤੇ ਸਤਿਗੁਰੂ ਜੀ ਮੋਹਰ ਲਾਉਂਦੇ ਨੇ ਕਿ ਇਹ ਭਾਈ ਫਿਰ ਇਹਨਾਂ ਮਹੀਨਿਆਂ ਦੇ ਅੰਦਰ ਜਿਹੜਾ ਮਨੁੱਖ ਵੀ ਜਿਨ ਜਿਨ ਨਾਮ ਤੇ ਆਇਆ, ਤਿਨ ਕੇ ਕਾਜ ਸਰੇ। ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਜਪਿਆ, ਉਹਨਾਂ ਦੇ ਸਾਰੇ ਕਾਰਜ ਜਿਹੜੇ ਉਹ ਸਫਲ ਹੋ ਜਾਂਦੇ ਨੇ। ਫਿਰ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਹਰ ਗੁਰ ਪੂਰਾ ਆਰਾਧਿਆ, ਦਰਗਹਿ ਸੱਚ ਖਰੇ। ਇਹ ਭਾਈ ਜਿਨ੍ਹਾਂ ਨੇ ਪ੍ਰਭੂ ਨੂੰ, ਪੂਰੇ ਗੁਰੂ ਨੂੰ ਆਰਾਧਿਆ ਹੈ, ਹਰ ਗੁਰ ਪੂਰਾ ਆਰਾਧਿਆ, ਗੁਰੂ ਦੇ ਰਾਹੀਂ ਪ੍ਰਮਾਤਮਾ ਨੂੰ ਜਿਹਨੇ ਸਿਮਰਿਆ ਹੈ, ਉਹ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖਰੂ ਹੋ ਜਾਂਦਾ ਹੈ। ਦਰਗਹਿ ਸੱਚ ਖਰੇ, ਖਰੇ ਦਾ ਭਾਵ ਹੈ ਸੁਰਖਰੂ ਹੋਣਾ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਸਰਬ ਸੁਖਾ ਨਿਧ ਚਰਨ ਹਰ, ਭਉ ਜਲ ਬਿਖਮ ਤਰੇ। ਫਿਰ ਨਿਧ ਦਾ ਭਾਵ ਹੈ ਖਜ਼ਾਨਾ, ਸਰਬ ਸੁਖਾ ਨਿਧ, ਸਾਰੇ ਸੁੱਖਾਂ ਦੇ ਜਿਹੜੇ ਖਜ਼ਾਨੇ ਨੇ ਨਾ, ਚਰਨ ਹਰ,
ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਪ੍ਰਭੂ ਦੇ ਚਰਨ ਹੀ ਸਾਰੇ ਸੁੱਖਾਂ ਦਾ ਖਜ਼ਾਨਾ ਹਨ। ਹਰ ਭਉਜਲ ਬਿਖਮ ਤਰੇ, ਤੇ ਜਿਹੜੇ ਜੀਵ ਚਰਨੀ ਲੱਗ ਜਾਂਦੇ ਨੇ ਨਾ, ਮਾਫ ਕਰਨਾ ਵਿਸ਼ਰਾਮ ਗਲਤ ਹੋ ਗਿਆ, ਸਰਬ ਸੁੱਖਾਂ ਦਾ ਚਰਨ ਹਾਰ, ਇੱਥੇ ਵਿਸ਼ਰਾਮ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਭਉਜਲ ਬਿਖਮ ਤਰੇ, ਤੇ ਜਦੋਂ ਮਨੁੱਖ ਚਰਨੀ ਲੱਗ ਜਾਂਦਾ ਹੈ ਫਿਰ ਸਤਿਗੁਰੂ ਉਹਨੂੰ ਇਸ ਵਿਖੜੇ ਔਖੇ ਪੈਂਡੇ ਵਿੱਚੋਂ ਵੀ ਤਾਰ ਲੈਂਦਾ ਹੈ। ਜਦੋਂ ਮਨੁੱਖ ਉਹਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਫਿਰ ਸਤਿਗੁਰੂ ਉਹਨੂੰ ਸਹੀ ਸਲਾਮਤ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹੀਂ ਜਰੇ। ਉਹਨਾਂ ਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ। ਮਾਇਆ ਦੀ ਤ੍ਰਿਸ਼ਨਾ ਅੱਗ ਵਿੱਚ ਉਹ ਸੜਦੇ ਨਹੀਂ। ਕੂੜ ਗਏ ਦੁਬਿਧਾ ਨਸੀ, ਪੂਰਨ ਸੱਚ ਭਰੇ। ਉਹਨਾਂ ਦੇ ਵਿਅਰਥ ਝੂਠੇ ਲਾਲਚ ਖਤਮ ਹੋ ਜਾਂਦੇ ਨੇ। ਉਹਨਾਂ ਦੇ ਮਨ ਦੀ ਜਿਹੜੀ ਭਟਕਣਾ ਹੈ ਦੂਰ ਹੋ ਜਾਂਦੀ ਹੈ। ਉਹ ਮੁਕੰਮਲ ਤੌਰ ਦੇ ਸਦਾ ਥਿਰ ਹਰੀ ਪ੍ਰਭੂ ਵਿੱਚ ਟਿਕੇ ਰਹਿੰਦੇ ਹਨ। ਪਾਰ ਬ੍ਰਹਮ ਪ੍ਰਭ ਸੇਵਦੇ, ਮਨ ਅੰਦਰ ਏਕ ਧਰੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਹ ਆਪਣੇ ਮਨ ਵਿੱਚ ਇੱਕੋ ਪਰਮ ਜੋਤ ਪਰਮਾਤਮਾ ਨੂੰ ਵਸਾ ਕੇ ਸਦਾ ਉਸ ਨੂੰ ਸਿਮਰਦੇ ਹਨ। ਤੇ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਆਪਣੇ ਨਾਮ ਦੀ ਦਾਤ ਦਿੰਦਾ ਹੈ, ਉਹਨਾਂ ਵਾਸਤੇ ਸਾਰੇ ਮਹੀਨੇ, ਸਾਰੇ ਦਿਹਾੜੇ, ਸਾਰੇ ਮਹੂਰਤ ਸੁਲੱਖਣੇ ਹਨ। ਕਿਉਂਕਿ ਪੁਰਾਣੇ ਸਮੇਂ ਵਿੱਚ ਮਹੀਨਿਆਂ ਨੂੰ ਵਾਚਿਆ ਜਾਂਦਾ ਸੀ, ਫਿਰ ਦਿਨਾਂ ਨੂੰ, ਫਿਰ ਘੰਟਿਆਂ ਨੂੰ, ਫਿਰ ਮਿੰਟਾਂ ਨੂੰ, ਕਿ ਆਹ ਜਿਹੜਾ ਸਮਾਂ ਹੈ ਇਸ ਸਮੇਂ ਜਿਹੜਾ ਵਾ ਅਸੀਂ ਆਪਣਾ ਕਾਰਜ ਕਰਨਾ, ਇਹ ਸਮਾਂ ਸਹੀ ਹੈ, ਬਾਕੀ ਸਮੇਂ ਸਾਰੇ ਜਿਹੜੇ ਨੇ ਉਹ ਗਲਤ ਨੇ। ਗੁਰੂ ਸਾਹਿਬ ਕਹਿੰਦੇ ਨੇ ਜਿਹਦੇ ਉੱਤੇ ਪਰਮਾਤਮਾ ਨੇ ਰਹਿਮਤ ਕਰ ਦਿੱਤੀ ਨਾ, ਪਰਮਾਤਮਾ ਨੇ ਰਹਿਮਤ ਕਰਕੇ ਉਹਨੂੰ ਆਪਣੇ ਚਰਨਾਂ ਦੇ ਨਾਲ ਲਾ ਲਿਆ, ਇਹ ਭਾਈ ਉਹਦੇ ਵਾਸਤੇ ਜਿਹੜੇ ਹਰ ਮਹੀਨੇ, ਹਰ ਦਿਨ ਜਿਹੜਾ ਵੀ ਕੋਈ ਮਹੂਰਤ ਹੈ, ਮੂਰਤ ਭਾਵ ਮਹੂਰਤ ਜੋ ਕਢਾਉਣੇ ਆ, ਇਹ ਸਭ ਕੁਝ ਉਹਦੇ ਵਾਸਤੇ ਚੰਗੇ ਹਨ, ਭਲੇ ਹਨ, ਜਿਨ੍ਹਾਂ ਦੇ ਉੱਤੇ ਸਤਿਗੁਰੂ ਰਹਿਮਤ ਕਰ ਦਿੰਦਾ ਹੈ, ਨਜ਼ਰ ਕਰ ਦਿੰਦਾ ਹੈ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਇਸ ਲਈ ਗੁਰੂ ਸਾਹਿਬ ਅਖੀਰ ਵਿੱਚ, ਇਸ ਪਦੇ ਦੇ ਅਖੀਰ ਵਿੱਚ ਬਖਸ਼ਿਸ਼ ਕਰਦੇ ਨੇ ਤੇ ਆਪ ਜੋਦੜੀ ਕਰਦੇ ਨੇ ਕਿ ਹੇ ਪ੍ਰਮਾਤਮਾ ਜੀਓ, ਮੈਂ ਤੇਰਾ ਦਾਸ ਨਾਨਕ ਜਿਹੜਾ ਹਾਂ, ਮੈਂ ਤੇਰੇ ਕੋਲੋਂ ਤੇਰੇ ਦਰਸ਼ਨਾਂ ਦੀ, ਤੇਰੇ ਦੀਦਾਰਾਂ ਦੀ ਤਾਂਘ ਕਰਦਾ ਹਾਂ। ਨਾਨਕ ਮੰਗਿਆ ਕੀ ਦਰਸ ਦਾਨ, ਇੱਕ ਦਾਨ ਦਿਓ ਮੈਨੂੰ, ਤੇਰੇ ਦਰਸ਼ਨ ਹੋ ਜਾਣ। ਤੇ ਐਸੀ ਕਿਰਪਾ ਕਰੋ ਹਰੇ, ਕਿਰਪਾ ਕਰੋ ਹਰੇ, ਮੈਂ ਤੇਰੇ ਦੀਦਾਰ ਦੀ ਦਾਤ ਮੰਗਦਾ ਹਾਂ, ਮੇਰੇ ਉੱਤੇ ਐਸੀ ਕਿਰਪਾ ਕਰੋ, ਰਹਿਮਤ ਕਰੋ। ਸੋ ਸਤਿਗੁਰੂ ਜੀ ਨੇ ਇਸ 12ਵਾਂ ਬਾਣੀ ਦੇ ਅੰਦਰ ਇਹ ਸਤਿਗੁਰੂ ਸਾਨੂੰ ਸਮਝਾ ਰਹੇ ਨੇ। ਅਗਲਾ ਜਿਹੜਾ ਹੈ ਜਿੱਥੇ 12ਵਾਂ, ਹੁਣ ਸਤਿਗੁਰੂ ਜੀ ਅਗਲੀ ਜਿਹੜੀ ਬਾਣੀ ਹੈ ਇਸ ਰਾਗ ਦੇ ਅੰਦਰ, ਉਹ ਹੈ ਦਿਨ ਤੇ ਰੈਣ। ਤੁਸੀਂ ਸਿਰਲੇਖ ਵੇਖ ਰਹੇ ਜੀ, ਮਾਝ ਮਹੱਲਾ ਪੰਜਵਾਂ, ਦਿਨ ਰੈਣ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਏਕ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸੰਖੇਪ ਰੂਪ ਵਿੱਚ ਜਿਹੜਾ ਮੂਲ ਮੰਤਰ ਹੈ, ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰੈਣ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰਹਿਣ। ਇਹ ਭੈਣ ਪ੍ਰਭੂ ਮਿਹਰ ਕਰੇ, ਮੈਂ ਆਪਣੇ ਗੁਰੂ ਦੀ ਸ਼ਰਨ ਪਾਵਾਂ ਤੇ ਮੈਂ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਜਿਹੜੇ ਨੇ, ਸਾਰੀਆਂ ਰਾਤਾਂ ਜਿਹੜੀਆਂ ਨੇ, ਉਹ ਪ੍ਰਮਾਤਮਾ ਦੇ ਸਿਮਰਨ ਵਿੱਚ ਜੁੜੀ ਰਹਾਂ, ਭਾਵ ਸਿਮਰਨ ਕਰਦੀ ਰਹਾਂ। ਰਹਿਣ ਦਾ ਭਾਵ ਹੈ ਰਾਤ, ਦਿਨ ਦਾ ਆਪ ਜੀ ਨੂੰ ਸਮਝ ਆ ਹੀ ਗਿਆ ਹੈ ਕਿ ਦਿਨ ਤੇ ਰਾਤ, ਦਿਨੇ ਰਾਤ ਜਿਹੜਾ ਵਾ, ਮੈਂ ਆਪਣੀ ਜ਼ਿੰਦਗੀ ਦੇ ਦਿਨ ਤੇ ਆਪਣੀ ਜ਼ਿੰਦਗੀ ਦੀਆਂ ਜਿੰਨੀਆਂ ਰਾਤਾਂ ਨੇ, ਉਸ ਦਿਨੇ ਤੇ ਰਾਤਾਂ ਦੇ ਵਿੱਚ ਪ੍ਰਮਾਤਮਾ ਦੇ ਸਿਮਰਨ ਵਿੱਚ ਮੇਰੀ ਸਿਰਤ ਚੁਭੀ ਰਵੇ। ਇਹ ਸਮਾਂ ਨਹੀਂ, ਪਰ ਇਹਦੀ ਵਿਚਾਰ ਬੜੀ ਲੰਮੀ ਹੋ ਸਕਦੀ, ਹੋ ਜਾਂਦੀ ਹੈ
ਕਿ ਦਿਨੇ ਰਾਤ ਜੇ ਪਰਮਾਤਮਾ ਨੂੰ ਸਿਮਰਾਂਗੇ ਤੇ ਫਿਰ ਕਿਸ ਤਰ੍ਹਾਂ ਅਸੀਂ ਘਰ ਦੇ ਕੰਮ ਕਰਾਂਗੇ, ਕਿਸ ਤਰ੍ਹਾਂ ਅਸੀਂ ਜਿਹੜਾ ਵਾ ਬਾਕੀ ਕਰਮ ਨਿਭਾਵਾਂਗੇ। ਇਹ ਭਾਵ ਇਹ ਨਹੀਂ, ਸਿਮਰਨ ਦਾ ਭਾਵ ਹੈ ਉਹਦੇ ਸਿਮਰਨ ਵਿੱਚ ਜੁੜੇ ਰਹਿਣਾ। ਮਨ ਜਿਹੜਾ ਵਾ ਉਹ ਸਿਮਰਨ ਵਿੱਚ ਜੁੜਿਆ ਰਹੇ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹ ਐਸੀ ਅਵਸਥਾ ਬਣ ਜਾਂਦੀ ਹੈ। ਤੇ ਗੁਰੂ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਇਸ ਦਿਨ ਰਹਿਣ ਬਾਣੀ ਦੇ ਅੰਦਰ ਜਿਹੜਾ ਵਾ ਸਰਲੇਖ ਹੇਠ ਉਚਾਰਨ ਕੀਤੀ, ਉਹਦੇ ਵਿੱਚ ਜੋਦੜੀ ਕਰਦੇ ਨੇ ਕਿ ਪਾਤਸ਼ਾਹ ਰਹਿਮਤ ਕਰ ਕਿ ਮੈਂ ਦਿਨ ਰਾਤ ਜਿਹੜਾ ਵਾ ਤੇਰੇ ਸਿਮਰਨ ਵਿੱਚ ਜੁੜੀ ਰਵਾਂ। ਆਪ ਤਿਆਗ ਸਰਣੀ ਪਵਾਂ, ਮੁਖ ਬੋਲੀ ਮਿੱਠੜੇ ਵੈਣ। ਹੁਣ ਇੱਥੇ ਸ਼ਬਦ ਆਇਆ ਹੈ ਵੈਣ। ਵੈਣ ਦਾ ਭਾਵ ਹੈ ਵਚਨ, ਹਿੰਦੀ ਵਿੱਚ ਵਚਨ, ਤੇ ਇਹਦਾ ਭਾਵ ਹੈ ਬੋਲ। ਵੈਣ ਦਾ ਭਾਵ ਉਹ ਨਹੀਂ ਕਿ ਜਿਹੜੇ ਵੈਣ ਪਾਉਣੇ, ਲੋਕ ਮਰਨ ਦੇ ਉੱਤੇ ਵੈਣ ਵੀ ਪਾਉਂਦੇ ਨੇ। ਇਹ ਸ਼ਬਦ ਜਿਹੜਾ ਹੈ ਵੈਣ ਭਾਵ ਵਚਨ ਤੋਂ ਬਣਿਆ ਹੋਇਆ ਵੈਣ ਸ਼ਬਦ ਹੈ, ਤੇ ਜਿਹਦਾ ਭਾਵ ਹੈ ਬੋਲਣਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਮੈਂ ਆਪਾ ਭਾਵ ਤਿਆਗ ਕੇ, ਭਾਵ ਹਉਮੈ ਅਹੰਕਾਰ ਛੱਡ ਕੇ ਤੇ ਗੁਰੂ ਦੀ ਸ਼ਰਨ ਪਵਾਂ, ਤੇ ਆਪਣੇ ਮੂੰਹ ਤੋਂ ਸਦਾ ਜਿਹੜੇ ਨੇ ਉਹ ਮਿੱਠੇ ਬੋਲ ਬੋਲਾਂ। ਇਹ ਗੁਰੂ ਸਾਹਿਬ ਦਾਤ ਮੰਗ ਰਹੇ ਨੇ। ਜਨਮ ਜਨਮ ਕਾ ਵਿਛੁੜਿਆ, ਹਰ ਮੇਲੋ ਸੱਜਣ ਸੈਣ। ਤੇ ਇਹ ਦੋ ਦਾਤਾਂ ਮੰਗ ਕੇ ਨਾ, ਇੱਕ ਸਿਮਰਨ, ਦਿਨ ਰਾਤ ਸਿਮਰਨ ਵਿੱਚ ਜੁੜਿਆ ਰਵਾਂ, ਤੇ ਇੱਕ ਆਪਣੇ ਹੰਕਾਰ ਨੂੰ ਛੱਡ ਕੇ ਤੇ ਜਿਹੜਾ ਮਿੱਠੇ ਬੋਲ ਬੋਲਾਂ। ਇਹ ਗੁਰੂ ਨੇ ਦੋ ਦਾਤਾਂ ਮੰਗੀਆਂ ਨੇ। ਫਿਰ ਆਖਿਆ ਕਿ ਸਤਿਗੁਰੂ ਜੀ ਜਿਹੜਾ ਜਨਮ ਜਨਮ ਕਾ ਵਿਛੁੜਿਆ, ਹਰ ਮੇਲੋ ਸੱਜਣ ਸੈਣ। हे ਮੇਰੇ ਸੱਜਣ, ਸੈਣ ਦਾ ਭਾਵ ਵੀ ਅਰਥ ਹੈ ਕਿ ਮੈਂ ਕਈ ਜਨਮਾਂ ਦਾ ਵਿਛੜਿਆ ਹੋਇਆ, ਤੇ ਰਹਿਮਤ ਕਰੋ ਮੈਨੂੰ ਆਪਣੇ ਨਾਲ ਮਿਲਾ ਲਵੋ, ਕਿਉਂਕਿ ਤੂੰ ਹੀ ਮੇਰਾ ਸੱਜਣ ਹੈ, ਤੂੰ ਹੀ ਮੇਰਾ ਦਾਤਾ ਹੈ। ਇਹ ਸਤਿਗੁਰੂ ਅੱਗੇ ਜੋਦੜੀ ਹੈ ਕਿ हे ਸਤਿਗੁਰੂ ਜੀ ਰਹਿਮਤ ਕਰੋ, ਮੈਂ ਪ੍ਰਮਾਤਮਾ ਦੇ ਨਾਲੋਂ ਵਿਛੜਿਆ ਤੇ ਮੈਨੂੰ ਮੇਰਾ ਸੱਜਣ ਪ੍ਰਭੂ ਮਿਲਾ ਦੇਵੋ। ਜੋ ਜੀ ਹਰ ਤੇ ਵਿਛੜੇ, ਜੋ ਇੱਥੇ ਕੱਲਾ ਜੀ ਐੜਾ ਥੋੜਾ ਜਿਹਾ ਜੀ ਨੂੰ ਭਾਰਾ ਕਰਾਂਗੇ, ਲਮਕਾਵਾਂਗੇ ਤੇ ਐੜਾ ਬੋਲਿਆ ਜਾਵੇਗਾ। ਜੋ ਜੀ ਹਰ ਤੇ ਵਿਛੜੇ, ਸੇ ਮੁਖ ਸੇ ਸੁਖ ਨ ਵਸਨ ਭੈਣ। ਇੱਥੇ ਸਤਿਗੁਰੂ ਜੀ ਫਿਰ ਆਖਦੇ ਨੇ ਕਿ हे ਭੈਣ, ਜਿਹੜਾ ਪਰਮਾਤਮਾ ਦੇ ਨਾਲੋਂ ਮਨੁੱਖ ਵਿਛੜ ਜਾਂਦਾ ਨਾ, ਉਹ ਕਦੀ ਸੁਖੀ ਨਹੀਂ ਵਸਦਾ। ਜੋ ਜੀ ਹਰ ਤੇ ਵਿਛੜੇ, ਜਿਹੜਾ ਪਰਮਾਤਮਾ ਦੇ ਨਾਲੋਂ ਜੀਵ ਵਿਛੜ ਜਾਂਦਾ ਹੈ। ਇਹ ਭਾਈ ਇੱਕ ਨਹੀਂ, ਇੱਥੇ ਸ਼ਬਦ ਜਿਹੜਾ ਵਾ ਪ੍ਰੋਫੈਸਰ ਸਾਹਿਬ ਸਿੰਘ ਨੇ ਬਹੁਵਚਨ ਵੀ ਕੀਤਾ। ਜੀਉ ਭਾਵ ਕਿ ਬਹੁਤੇ ਜਾਣੇ, ਜੋ ਜੀ ਹਰ ਤੇ ਵਿਛੜੇ, ਜਿਹੜੇ ਜਿਹੜੇ ਜੀਵ ਵੀ ਪਰਮਾਤਮਾ ਦੇ ਨਾਲੋਂ ਵਿਛੜੇ ਨੇ, ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਨੇ ਸੇ ਸੁਖ ਨਾ ਵਸਨ ਭੈਣ। ਕਿਉਂਕਿ ਸੰਬੋਧਨ ਸ਼ਬਦ ਜਿਹੜਾ ਸਭ ਤੋਂ ਪਹਿਲਾਂ ਇਹ ਗੁਰੂ ਅਰਜਨ ਪਾਤਸ਼ਾਹ ਜੀ ਨੇ ਲੁਪਤ ਰੂਪ ਵਿੱਚ ਵਰਤਿਆ ਗਿਆ ਕਿ हे ਮੇਰੀ ਭੈਣ, ਮੈਂ ਦਿਨੇ ਹੀ ਰਾਤ ਹੀ ਚੱਤੇ ਪੈਰ ਜਿਹੜਾ ਵਾ ਉਹ ਪਰਮਾਤਮਾ ਦੇ ਨਾਮ ਨੂੰ ਸਿਮਰਾਂ, ਆਪਣਾ ਭਾਵ ਤਿਆਗ ਕੇ, ਭਾਵ ਹੰਕਾਰ ਛੱਡ ਕੇ, ਤੇ ਮੇਰੇ ਅੰਦਰ ਮਿੱਠੇ ਬੋਲ ਜਿਹੜੇ ਨੇ ਭਾਵ ਪ੍ਰਮਾਤਮਾ ਦੇ ਨਾਮ ਦੇ ਉਹ ਵਸ ਜਾਣ। ਤੇ ਫਿਰ ਨਾਲ ਹੀ ਪ੍ਰਮਾਤਮਾ ਅੱਗੇ ਜਿਹੜਾ ਵਾ ਉਹ ਬੇਨਤੀ ਕੀਤੀ ਹੈ ਕਿ ਮੈਂ ਜਨਮਾਂ ਜਨਮਾਂ ਦਾ ਵਿਛੜਿਆ, ਤੇ ਇਹ ਸਤਿਗੁਰੂ ਜੀ ਮੈਨੂੰ ਉਹਦੇ ਨਾਲ ਮਿਲਾ ਦੇ। ਤੇ ਨਾਲ ਹੀ ਹੁਣ ਇਹ ਭੈਣ ਸ਼ਬਦ ਵਰਤਿਆ ਨਾ, ਸੁੱਖ ਨਾ ਵਸਣ ਭੈਣ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਜੀਵ ਪਰਮਾਤਮਾ ਦੇ ਨਾਮ ਤੋਂ ਵੀ ਹੋਣਾ ਹੈ, ਜਿਹੜਾ ਉਹਦੇ ਨਾਲੋਂ ਟੁੱਟ ਚੁੱਕਾ ਹੈ, ਵਿਛੜ ਚੁੱਕਾ ਹੈ, ਇਹ ਮੇਰੀ ਭੈਣ ਉਹ ਕਦੇ ਸੁਖੀ ਨਹੀਂ ਵਸਦਾ। ਜਿਹੜੇ ਜੀਵ ਵੀ ਬਹੁਵਚਨ, ਆ ਜੋ ਜੀ ਜਿਹੜਾ ਸ਼ਬਦ ਹੈ ਨਾ, ਇਹ ਬਹੁਵਚਨ ਸ਼ਬਦ ਹੈ। ਜੀਓ ਤੋਂ ਉਤਪੰਨ ਹੋਇਆ, ਲਫ਼ਜ਼ ਜੀਓ ਤੋਂ ਬਹੁਵਚਨ, ਤੇ ਜਿਹੜਾ ਸ਼ਬਦ ਹੈ ਇਹਦਾ ਭਾਵ ਹੈ ਕਿ ਜਿਹੜੇ ਜਿਹੜੇ ਜੀਵ ਵੀ ਵਿਛੜੇ ਨੇ ਉਹ ਕਦੇ ਸੁਖੀ ਨਹੀਂ ਵਸਦੇ। ਅਸੀਂ ਸੰਸਾਰ ਵਿੱਚ ਵਹਿੰਦੇ ਹੀ ਹਰ ਪਿਰ ਬਿਨ ਚੈਨ ਨਾ ਪਾਈਐ, ਖੋਜ ਡਿਠੇ ਸਭ ਗੈਣ। ਹੁਣ ਸਤਿਗੁਰੂ ਜੀ ਇਸ ਪੰਕਤੀ ਅੰਦਰ ਬਖਸ਼ਿਸ਼ ਕਰਦੇ ਨੇ ਕਿ ਮੈਂ ਸਾਰੀ ਧਰਤੀ ਆਕਾਸ਼ ਖੋਜ ਕੇ ਵੇਖ ਲਿਆ, ਸਾਰੇ ਪਾਸੇ
कि प्रभु पति दे मिलाप तो बिना सारी धरती दे उत्ते, सारे भाव हर थां दे उत्ते कोई थां नहीं छड्डी, सारे थां मैं खोज लिया है, पर उस परमात्मा तो बगैर किते भी सुख नहीं, किते भी चैन नहीं। हर पिर बिन चैन ना पाइए। परमात्मा तो बगैर, भाव पति तो बगैर कदे कोई इस्त्री सुखी बच सकती है। सतगुरु जी कहते हैं कि हे भाई, परमात्मा तो विहूणा मनुख जिहड़ा है वो कदे सुखी नहीं बच सकता। वो कदे भी चैन दे नाल, शांति दे नाल जिहड़ा वा वो नहीं जी सकता। इस धरती दे उत्ते मैं वेख लिया, खोज डिठे सब गैन, सारे ज्ञान का भाव है आकाश, सारे थावां दे उत्ते जिहड़ा वा मैं तक लिया, कोई भी सुखी नहीं परमात्मा दे नाम तो बगैर। आप कमाणे विछुड़ी दोष काहू देण, माफ करना, आप कमाणी विछड़ी दोष ना काहू देण। इत्थे ना प्रिंटिंग दे विच जिहड़ी ਉਹ मिस्टेक होई है, ध्यान दे नाल शायद पर ये सारिਆਂ ਤੇ आ रही है। आप कमाणे विछड़ी दोष ना, इत्थे नन्ना मुक्ता आया विच, ध्यान नाल, दोष ना काहू देण। ਇਹ ਫਿਰਕਾ ਵੀ ਤਾਂ ਹੀ ਜਿਹੜਾ ਵਾ ਪੰਕਤੀਆਂ ਦਾ ਪੂਰਾ ਹੁੰਦਾ, ਜਿਹੜੇ ਗੁਰੂ ਸਾਹਿਬ ਨੇ ਇਹ ਪੰਕਤੀਆਂ ਉਚਾਰਨ ਕੀਤੀਆਂ, ਹਰ ਪੰਕਤੀ ਦਾ जिन्ने भी शब्द ने तां ही पूरे होणगे। आप कमाणे विछड़ी दोष ना काहू देण, दोष काहू देण दा नहीं भाव, दोष ना काहू देण, ये थोड़ा जिहा तुसीं आप विचार लेना। सतगुरु जी बख्शिश करदे ने कि हे भैण, मैं अपने कीते कर्मां अनुसार प्रभु पति तो विछड़ी हां। आप कमाणे विछड़ी, अपने कमाणे दा भाव है कर्म, अपने कर्मां तो अपने कीते हुए कर्मां करके मैं विछड़ी हां। ते दोष ना काहू देण, मैं किसी नूं दोष नहीं दे सकती, मैं होर किसी नूं दोष नहीं देंदी, क्योंकि मैं अपने कीते हुए कर्मां करके परमात्मा दे नालों विछड़ी हां। कर किरपा प्रभ राख लिहो, होर नाहीं करण करें। सतगुरु जी इस पंक्ति अंदर बख्शिश करते हैं कि हे सतगुरु जी, हे परमात्मा जीओ, तेरे तो बगैर मेरे कोल होर कुछ नहीं, तू ही मेहर कर ते मेरी रखिया कर, तू ही करन कारण समर्थ है, मैं मेरे अंदर कुछ भी नहीं है, मेरे अंदर कोई भी समर्था नहीं कि मैं कोई कार्य कर सका। ये सब कुछ तेरा ही कीता होया। ये धरती पैदा की, जीव पैदा किए, वनस्पति भाव हर एक जल थल महीयल, ये तिने चीज़ां जिहड़ियां पैदा कीतियां ने, तेरियां पैदा कीतियां होईयां ने, ते तू ही इन्हां नूं चला रहा। मेरे विच कोई ताकत नहीं, मैं कुछ करन कराउण दी समर्था रखदा वां, मेरे अंदर ये समर्था नहीं। होर ना ही करण करेण, ना ही कोई होर करनत करेण भाव करन कराउण वाला, ना ही कोई होर करन कराउण दे जोगा है, ते ना ही मैं करन कराउण दे जोगा हाँ। भाव तू ही सब कुछ करन कारण समर्थ है, ते किरपा कर मेरे उत्ते मेहर कर, मेरे अंदर वो परमात्मा दा नाम वसा दे। हर तुद बिन खाकू रूलना, कहिए किथै वैन। हे हरि, तेरे मिलाप तो बिना मिट्टी विच रोल जाईदा। हर तुद बिन खाकू रूलना, खाकू दा भाव अर्थ है खाक विच, भाव मिट्टी विच, तेरे तो बगैर मिट्टी विच मनुख रोल जांदा। कहिए किथै वैन, ते वैन दा भाव है बचन। इत्थे तरले बेनतियां भी नाल आया शब्द, क्योंकि दो भाव अर्थ ने कि सतगुरु जी मैं किदे अगे बचन करा, पर नहीं, सतगुरु जी का भाव है कि मैं किदे अगे तरले करा, किदे अगे मैं बेनतियां करा कि इस धरती दे विच, इस मिट्टी दे विच रुलण तो मैनूं बचा लै। मैं किदे अगे कीरने पावां, किनूं दसां, किनूं ये दुख दसां कि मैं इस मिट्टी दे विच रुल रिहा ते मैनूं बचा लै। केवल तू ही समर्था रखण वाला, ते मैं तेरे अगे तरले करदा हाँ कि मैनूं इस मिट्टी विच रुलण तो बचा लै। नानक की बेनंतिया हर सुरजन देखा नैन। ते अखीरली पंक्ति अंदर इस पौड़ी दे अंदर
ਇਹ ਪਹਿਲਾ ਪਦਾ ਹੈ ਦਿਨ ਰਹਿਣ ਦਾ। ਇਸ ਪਹਿਲੇ ਪਦੇ ਦੀ ਅਖੀਰਲੀ ਪੰਕਤੀ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਇਹ ਭੈਣ ਨਾਨਕ ਦੀ ਇਹ ਬੇਨਤੀ ਹੈ ਕਿ ਮੈਂ ਕਿਸੇ ਤਰ੍ਹਾਂ ਆਪਣੀ ਅੱਖੀ ਨੂੰ ਉਸ ਉੱਤਮ ਪੁਰਖ ਪ੍ਰਮਾਤਮਾ ਦਾ ਦਰਸ਼ਨ ਕਰ ਲਵਾਂ। ਨਾਨਕ ਕੀ ਬੇਨਤੀ ਹੈ? ਮੈਂ ਨਾਨਕ ਦਾਸ ਦੀ ਬੇਨਤੀ ਹੈ, ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਮੇਰੀ ਬੇਨਤੀ ਹੈ ਹਰ ਸੁਰਜਨ, ਸੁਰਜਨ ਸੂਰਜ ਭਾਵ ਸਭ ਤੋਂ ਤੇਜ ਪ੍ਰਤਾਪ ਵਾਲਾ, ਸੁਰਜਨ ਦੋ ਇੱਥੇ ਪਦ ਅਰਥ ਵੀ ਕਰ ਲਈਏ, ਸਭ ਤੋਂ ਉੱਤਮ ਪੁਰਖ। ਸਤਿਗੁਰੂ ਜੀ ਮੈਂ ਬੇਨਤੀ ਕਰਦੀ ਹਾਂ, ਇਹ ਅਕਾਲ ਪੁਰਖ ਵਾਹਿਗੁਰੂ ਦੇ ਮੈਨੂੰ ਦਰਸ਼ਨ ਕਰਾ ਦੇ, ਜਿਹੜਾ ਸਭ ਤੋਂ ਉੱਤਮ ਪੁਰਖ ਹੈ, ਜਿਹੜਾ ਸਾਰਿਆਂ ਨੂੰ ਪਾਲਣ ਵਾਲਾ ਹੈ, ਮੈਨੂੰ ਉਹਦੇ ਦਰਸ਼ਨ ਕਰਾ ਦੇ, ਮੈਂ ਉਹਦੇ ਦਰਸ਼ਨ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਕਰ ਲਵਾਂ, ਮੇਰੀ ਇਹ ਬੇਨਤੀ ਹੈ। ਇਹ ਸਤਿਗੁਰੂ ਜੀ ਅੱਜ ਦੇ ਇਸ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਨੇ। ਕੱਲ ਨੂੰ ਅਗਲੇਰਾ ਪਦਾ ਜਿਹੜਾ ਉਹ ਅਸੀਂ ਵਿਚਾਰਾਂਗੇ। ਸਮਾਂ ਸਮਾਪਤ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨਾ ਚਿਤਾਰਦੇ ਹੋਏ ਆਪ ਨੇ ਅਸੀਸ ਦੇਣੀ, ਕਿਉਂਕਿ ਅਸੀਂ ਅਲਪ ਬੁੱਧੀ ਜੀਵ ਹਾਂ ਤੇ ਆਪ ਸਭ ਸੰਗਤਾਂ ਅਸੀਸ ਦਿਓ ਕਿ ਪ੍ਰਮਾਤਮਾ ਸਾਡੇ ਉੱਤੇ ਰਹਿਮਤ ਬਣਾਈ ਰੱਖੇ ਤੇ ਸਾਨੂੰ ਜਿਹੜਾ ਵਾ ਉਹ ਇਹ ਆਪਣੇ ਨਾਮ ਦੀ ਦਾਤ ਦੇ ਕੇ ਤੇ ਆਪਣੀ ਇਹ ਵਿਚਾਰ ਆਪ ਕਰਵਾਈ ਜਾਣ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਓ ਅੰਤ ਗੁਰਫਤਿਹ ਨਾਲ ਸਾਂਝ ਬਣਾਈਏ। ਸਾਰੀ ਸੰਗਤ ਬੜੇ ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।